वन वेलकम और वेलकम बैक टू माई चैनल। सो BA ਸਮੈਸਟਰ 3 ਪਬਲਿਕ ਐਡਮਿਨਿਸਟ੍ਰੇਸ਼ਨ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਕਵਰ ਕਰਾਂਗੇ ਭਰਤੀ ਵਾਲਾ ਟੌਪਿਕ ਰਿਕਰੂਟਮੈਂਟ ਕੀ ਹੈ, ਮੀਨਿੰਗ, ਮੈਥਡਸ, ਮੈਰਿਟਸ ਐਂਡ ਡੀਮੈਰਿਟਸ, ਰਿਕਰੂਟਮੈਂਟ ਆਫ ਸਿਵਲ ਸਰਵਿਸਿਜ਼ ਇਨ ਇੰਡੀਆ। ਭਰਤੀ ਕੀ ਹੈ, ਅਰਥ, ਢੰਗ, ਲਾਭ ਅਤੇ ਹਾਨੀਆਂ। ਭਾਰਤੀ ਲੋਕ ਸੇਵਾਵਾਂ ਦੀ ਭਰਤੀ ਬਹੁਤ ਇੰਪੋਰਟੈਂਟ ਟੌਪਿਕ ਹੈ। ਇਸ ਦੇ ਨਾਲ ਤੁਹਾਡੇ 3 ਟੌਪਿਕ ਸੈਕਸ਼ਨ ਏ 'ਚ ਕੰਪਲੀਟ ਹੋ ਜਾਣਗੇ। ਉਸ ਤੋਂ ਬਾਅਦ ਸੈਕਸ਼ਨ ਬੀ ਦੇ ਵੀ ਮੈਂ 2 ਟੌਪਿਕਸ ਕਰਵਾ ਦਾਂਗੀ। ਸ਼ਾਰਟ ਕੁਐਸਚਨ ਆਪਾਂ ਕੱਲ੍ਹ ਸਵੇਰੇ ਮਾਰਨਿੰਗ ਅਰਲੀ ਦੇ ਵਿੱਚ ਮੈਂ ਪਾ ਦਾਂਗੀ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਫਟਾਫਟ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ। ਸੋ ਭਰਤੀ ਦਾ ਕੀ ਅਰਥ ਹੈ? ਕਰਮਚਾਰੀ ਵਰਗ ਪ੍ਰਸ਼ਾਸਨ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਭਰਤੀ ਦੀ ਹੈ, ਕਿਉਂਕਿ ਪ੍ਰਸ਼ਾਸਨ ਦੇ ਵਿੱਚ ਅਗਰ ਭਰਤੀ ਅੱਛੀ ਹੋਏਗੀ ਤਾਂ ਨਿਪੁੰਨ ਹੋ ਕੇ ਉਹ ਕੰਮ ਕਰੇਗਾ, ਠੀਕ ਹੈ। ਅਤੇ ਇਹ ਕਰਮਚਾਰੀ ਵਰਗ ਦੇ ਢਾਂਚੇ ਦਾ ਵੀ ਬੇਸਿਕ ਆਧਾਰ ਹੈ। ਭਰਤੀ ਦਾ ਅਰਥ ਕੀ ਹੈ? ਆਮ ਤੌਰ ਤੇ ਭਰਤੀ ਤੋਂ ਭਾਵ ਹੈ ਕਿਸੇ ਵੀ ਵਿਸ਼ੇਸ਼ ਅਹੁਦੇ ਲਈ ਯੋਗ ਕਰਮਚਾਰੀਆਂ ਨੂੰ ਚੁਣਨਾ। ਕਿਸੇ ਕਾਰਜ ਲਈ ਵਿਅਕਤੀਆਂ ਨੂੰ ਉਹਨਾਂ ਦੀ ਸਹੀ ਜਾਂਚ ਪੜਤਾਲ ਤੋਂ ਬਾਅਦ ਨਿਸ਼ਚਿਤ ਵੇਤਨ ਅਤੇ ਸੇਵਾ ਦੀਆਂ ਸ਼ਰਤਾਂ ਦੇ ਅਨੁਸਾਰ ਨਿਯੁਕਤ ਕਰਨ ਨੂੰ ਭਰਤੀ ਆਖਿਆ ਜਾਂਦਾ ਹੈ। ਕਈ ਵਾਰ ਕੁਝ ਲੇਖਕ ਜਿਹੜੇ ਨੇ ਭਰਤੀ ਦਾ ਸੰਕੁਚਿਤ ਮਤਲਬ ਛੋਟੇ ਅਰਥਾਂ ਦੇ ਵਿੱਚ ਰੂਪ ਲੈ ਲੈਂਦੇ ਨੇ। ਉਹਨਾਂ ਦੇ ਅਨੁਸਾਰ ਕਿਸੇ ਸੰਗਠਨ ਜਾਂ ਸੰਸਥਾ ਲਈ ਉਚਿਤ ਕੰਮ ਕਰਨ ਵਾਲੇ ਵਿਅਕਤੀਆਂ ਦੀ ਖੋਜ ਹੀ ਭਰਤੀ ਹੈ। ਤਾਂ ਵਾਈਟ ਕਹਿ ਰਹੇ ਨੇ ਕਿ ਕੁਝ ਪਦਵੀਆਂ ਦੇ ਲਈ ਵਿਅਕਤੀਆਂ ਨੂੰ ਖਿੱਚਣਾ ਹੀ ਭਰਤੀ ਹੈ। ਤਾਂ ਤੁਸੀਂ 2-3 ਡੈਫੀਨੇਸ਼ਨ ਜ਼ਰੂਰ ਲਿਖਣਾ ਹੈ, ਜਿੱਦਾਂ ਕਿ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਹਾਂ। ਤਾਂ ਕਿੰਗਸਲੇ ਕਹਿ ਰਹੇ ਨੇ ਕਿ ਸਰਵਜਨਕ ਭਰਤੀ ਦੀ ਗਿਣਤੀ ਇਸ ਰੂਪ ਵਿੱਚ ਕੀਤੀ ਜਾ ਸਕਦੀ ਹੈ ਕਿ ਇਹ ਉਹ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਲੋਕ ਸੇਵਾਵਾਂ ਦੇ ਲਈ ਉਮੀਦਵਾਰਾਂ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ, ਅਤੇ ਇਹ ਵਿਆਪਕ ਚੋਣ ਪ੍ਰਕਿਰਿਆ ਇੱਕ ਅੰਦਰੂਨੀ ਹਿੱਸਾ ਹੈ ਜਿਸ ਦੇ ਵਿੱਚ ਪ੍ਰੀਖਿਆ ਅਤੇ ਪ੍ਰਮਾਣ ਸੰਬੰਧੀ ਪ੍ਰਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ। ਓਕੇ ਜੀ। ਉਸ ਤੋਂ ਬਾਅਦ 'ਚ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਭਰਤੀ ਦੇ ਟਾਈਮ? ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ ਇਹ। ਸੋ ਫਸਟ ਆਫ ਆਲ ਤਾਂ 5 ਸਮੱਸਿਆਵਾਂ ਮੇਨ ਆਉਂਦੀਆਂ ਨੇ ਕਿ ਨਿਯੁਕਤੀ ਸੱਤਾ ਦੀ ਸਥਾਪਨਾ, ਭਾਵ ਨਿਯੁਕਤੀ ਕਰਨ ਦਾ ਅਧਿਕਾਰ ਕਿਸ ਨੂੰ ਹੋਵੇ, ਮਤਲਬ ਕੌਣ ਨਿਯੁਕਤੀ ਕਰੇਗਾ, ਅਥਾਰਟੀ ਕਿਸ ਦੀ ਹੋਏਗੀ। ਭਰਤੀ ਕਿਵੇਂ ਦੀ ਹੋਵੇਗੀ, ਭਾਵ ਭਰਤੀ ਕਰਨ ਦਾ ਟੈਕਨੀਕਸ ਜਿਹੜੀਆਂ ਨੇ, ਢੰਗ ਜਿਹੜਾ ਹੈ ਕਿਵੇਂ ਦਾ ਹੋਏਗਾ। ਭਰਤੀ ਅੰਦਰੂਨੀ ਹੋਏਗੀ ਜਾਂ ਬਾਹਰੀ ਹੋਏਗੀ। ਕਰਮਚਾਰੀਆਂ ਦੀਆਂ ਯੋਗਤਾਵਾਂ ਕਿਹੜੀਆਂ ਹੋਣਗੀਆਂ। ਉਮੀਦਵਾਰਾਂ ਦੀਆਂ ਯੋਗਤਾਵਾਂ ਦਾ ਨਿਰਧਾਰਨ ਕਿਵੇਂ ਕੀਤਾ ਜਾਏਗਾ, ਮੈਰਿਟ ਬੇਸ 'ਤੇ ਹੋਏਗਾ ਜਾਂ ਫਿਰ ਉਹਨਾਂ ਦੀ ਐਕਸਪੀਰੀਅੰਸ ਬੇਸ 'ਤੇ ਹੋਏਗਾ ਜਾਂ ਫਿਰ ਏਜ ਬੇਸਡ ਹੋਏਗਾ। ਯੋਗਤਾਵਾਂ ਨੂੰ ਨਿਰਧਾਰਿਤ ਕਰਨ ਲਈ ਪ੍ਰਸ਼ਾਸਕੀ ਯੰਤਰ, ਕਿਹੜਾ ਪ੍ਰਸ਼ਾਸਕੀ ਯੰਤਰ ਜਿਹੜਾ ਹੈ ਕੰਮ ਕਰੇਗਾ। ਫਸਟ ਆਫ ਆਲ ਤਾਂ ਨਿਯੁਕਤੀ ਸੱਤਾ ਦੀ ਸਥਾਪਨਾ। ਕਰਮਚਾਰੀਆਂ ਦੀ ਭਰਤੀ ਲਈ ਸਭ ਤੋਂ ਪਹਿਲਾ ਸਵਾਲ ਉੱਠਦਾ ਹੈ ਕਿ ਚੋਣ ਦਾ ਅਧਿਕਾਰ ਕਿਹੜੀ ਸੱਤਾ ਨੂੰ ਸੌਂਪਿਆ ਜਾਏਗਾ। ਪ੍ਰਤੱਖ ਚੁਣਿਆ ਜਾਏਗਾ, ਉਹਨਾਂ ਨੂੰ ਲੋਕਾਂ ਦੁਆਰਾ ਪ੍ਰਤੱਖ ਚੁਣਿਆ ਜਾਏਗਾ ਜਾਂ ਫਿਰ ਕਿਸੇ ਅੰਗ ਦੁਆਰਾ ਚੁਣਿਆ ਜਾਏਗਾ। ਪਹਿਲੇ ਤਰੀਕੇ ਨੂੰ, ਜਿਸ ਦੇ ਅਨੁਸਾਰ ਭਰਤੀ ਕਰਨ ਦੀ ਸੱਤਾ ਲੋਕਾਂ ਕੋਲੇ ਹੁੰਦੀ ਹੈ, ਇਹਨੂੰ ਲੋਕਤੰਤਰੀ ਪੱਧਤੀ ਕਹਿੰਦੇ ਨੇ। ਅਤੇ ਇਹ ਭਰਤੀ ਕਰਨ ਦਾ ਤਰੀਕਾ ਹੀ ਨਹੀਂ ਬਲਕਿ ਚੋਣ ਦਾ ਵੀ ਤਰੀਕਾ ਹੁੰਦਾ ਹੈ ਕਿ ਕਿੱਦਾਂ ਜਿਹੜਾ ਹੈਗਾ ਇਹਨਾਂ ਨੂੰ ਚੁਣਨਾ। ਜਦੋਂ ਕਿਸੇ ਅਜਿਹੇ ਅਹੁਦੇ ਦੀ ਨਿਯੁਕਤੀ ਕਰਨੀ ਹੋਵੇ ਜਿਸ ਦਾ ਕਾਰਜ ਨੀਤੀ ਨਿਰਮਾਣ ਕਰਨਾ ਹੈ, ਜਿਵੇਂ ਕਿ ਮੁੱਖ ਕਾਰਜਕਾਰੀ। ਜਦੋਂ ਸੇਵਾ ਸਥਾਨਕ ਜਾਂ ਫਿਰ ਸੀਮਤ ਪ੍ਰਕਿਰਤੀ ਹੋਵੇ, ਜਿਵੇਂ ਕਿ ਭਾਰਤ ਵਿੱਚ ਗ੍ਰਾਮ ਪੰਚਾਇਤ ਜਾਂ ਫਿਰ ਨਗਰ ਪਾਲਿਕਾ, ਤਾਂ ਮਤਲਬ ਕਿਵੇਂ ਚੁਣਨੇ ਨੇ, ਕਿਹੜੇ ਅਹੁਦੇ ਲਈ ਚੁਣਨੇ ਨੇ। ਦੂਜਾ ਤਰੀਕਾ ਹੈ ਕਿ ਜਿਸ ਵਿੱਚ ਨਿਯੁਕਤੀ ਕਰਨ ਦਾ ਅਧਿਕਾਰ ਸਰਕਾਰ ਦੇ ਇੱਕ ਅੰਗ ਕਾਰਜਪਾਲਿਕਾ ਦੇ ਹੱਥ 'ਚ ਦਿੱਤਾ ਜਾਂਦਾ, ਤਾਂ ਕਾਰਜਪਾਲਿਕਾ ਕਰਦੀ ਹੈ ਇੱਕ ਮੈਥਡ ਦੇ ਥਰੂ। ਆਧੁਨਿਕ ਪ੍ਰਣਾਲੀ ਦੇ ਅਧੀਨ ਜਿਹੜਾ ਹੈ ਸੰਵਿਧਾਨ ਦੁਆਰਾ ਨਿਯੁਕਤੀ ਦਾ ਅਧਿਕਾਰ ਜਿਹੜਾ ਹੈ ਰਸਮੀ ਫਾਰਮਲ ਤਰੀਕੇ ਦੇ ਨਾਲ ਹੁੰਦਾ ਹੈ ਕਾਰਜਕਾਰੀ ਦੇ ਹੱਥ ਦੇ ਵਿੱਚ। ਮੁੱਖ ਜਿਹੜਾ ਕਾਰਜਕਾਰੀ ਹੁੰਦਾ ਹੈ, ਮੇਨ ਐਗਜ਼ੀਕਿਊਟਿਵ, ਚੀਫ ਐਗਜ਼ੀਕਿਊਟਿਵ, ਉਹ ਕਰਦਾ ਹੈ। ਪਰ ਵਿਹਾਰਕ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਇਸ ਦੀ ਵਰਤੋਂ ਅਰਧ ਨਿਆਇਕ ਖੁਦ ਮੁਖਤਾਰ ਸੰਸਥਾ, ਮਤਲਬ ਇਹ ਖੁਦ ਮੁਖਤਿਆਰ ਸੰਸਥਾ ਦੇ ਹੱਥੋਂ ਲੋਕ ਸੇਵਾ ਕਮਿਸ਼ਨ ਦੇ ਵੱਲੋਂ ਵੀ ਕੀਤੀ ਜਾਂਦੀ ਹੈ। ਜਾਂ ਤਾਂ ਚੀਫ ਐਗਜ਼ੀਕਿਊਟਿਵ ਕਰੇਗਾ ਜਾਂ ਫਿਰ ਜਿਹੜਾ ਹੈ ਲੋਕ ਸੇਵਾ ਕਮਿਸ਼ਨ ਦਾ ਮੁੱਖ ਸੰਸਥਾ ਜਿਹੜੀ ਹੈ ਖੁਦ ਕਰੇਗੀ। ਤਾਂ ਏਜੰਸੀ ਦੇ ਰੂਪ ਦੇ ਵਿੱਚ, ਕਿਉਂਕਿ ਇਹ ਕਰਮਚਾਰੀ ਵਰਗ ਏਜੰਸੀ ਦੇ ਰੂਪ 'ਚ ਕੰਮ ਕਰਦੀ ਹੈ, ਚਾਹੇ ਤਾਂ ਇਹ ਖੁਦ ਚੁਣ ਲੇ, ਚਾਹੇ ਜਿਹੜਾ ਹੈਗਾ ਇਹ ਚੀਫ ਐਗਜ਼ੀਕਿਊਟਿਵ ਚੁਣੇ। ਮੈਥਡਸ ਆਫ ਰਿਕਰੂਟਮੈਂਟ, ਤਾਂ ਮੈਥਡ ਕਿਹੜਾ ਹੈ ਕਿ ਕਿਹੜਾ ਮੈਥਡ ਯੂਜ਼ ਕਰਨਾ, ਕਿਹੜੇ ਤਰੀਕੇ ਯੂਜ਼ ਕਰਨੇ ਹੈ। ਤਾਂ ਸਿੱਧੀ ਵੀ ਭਰਤੀ ਹੋ ਸਕਦੀ ਹੈ ਅਤੇ ਤਰੱਕੀ ਦੇ ਦੁਆਰਾ ਵੀ ਭਰਤੀ ਹੋ ਸਕਦੀ ਹੈ। ਦੂਜੇ ਤਰੀਕੇ ਦੇ ਅਧੀਨ ਸਾਰੀਆਂ ਨਿਯੁਕਤੀਆਂ ਜਾਂ ਸਾਰੇ ਜਿੰਨੇ ਵੀ ਹੇਠਲੇ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਕੀਤਾ ਜਾ ਸਕਦਾ ਹੈ, ਕਿ ਸਭ ਤੋਂ ਪਹਿਲਾਂ ਫੋਰ ਐਗਜ਼ਾਮਪਲ ਕਲਰਕ, ਫਿਰ ਉਸ ਤੋਂ ਅੱਗੇ ਉੱਪਰ ਜਿਹੜੇ ਹੈ ਭਰਤੀ ਕੀਤੀ ਜਾ ਸਕਦੀ ਹੈ। ਤਾਂ ਹੇਠਲੇ ਕਰਮਚਾਰੀਆਂ ਦੇ ਵਿੱਚ ਮੁਕਾਬਲੇ ਦੀ ਪ੍ਰੀਖਿਆ ਹੋ ਸਕਦੀ ਹੈ, ਪਰ ਇਹ ਸਿਰਫ ਜਿਹੜੀ ਹੈਗੀ ਹੈ ਸਰਕਾਰੀ ਕਰਮਚਾਰੀਆਂ ਤੱਕ ਹੀ ਸੀਮਤ ਹੁੰਦੀ ਹੈ। ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਭਾਗ ਨਹੀਂ ਲੈ ਸਕਦਾ। ਕਿਉਂਕਿ ਜਿਹੜੇ ਆਲਰੇਡੀ ਸਰਕਾਰੀ ਜੋਬ ਕਰ ਰਹੇ ਆ ਉਹਨਾਂ ਦੇ ਵਿੱਚ ਜਿਹੜੀ ਹੈ ਇਹ ਭਰਤੀ ਕੀਤੀ ਜਾਂਦੀ ਹੈ। ਹੁਣ ਜਿਵੇਂ ਆਪਾਂ ਲੋਕ ਜਾ ਕੇ ਜਿਹੜੀ ਹੈ ਇਸ ਭਰਤੀ 'ਚ ਸ਼ਾਮਿਲ ਨਹੀਂ ਹੋ ਸਕਦੇ, ਜਿਹੜੇ ਆਲਰੇਡੀ ਸਰਕਾਰੀ ਜੋਬ 'ਤੇ ਉਹ ਕਰਨਗੇ, ਠੀਕ ਹੈ।
ਤਾਂ ਇਹਨਾਂ ਦੋਵਾਂ ਤਰੀਕਿਆਂ ਨੂੰ ਵਰਤਿਆ ਜਾਣ ਵਾਲਾ ਕਰਮਚਾਰੀ ਵਰਗ ਪ੍ਰਸ਼ਾਸਨ ਦੀ ਪ੍ਰਕਿਰਤੀ ਦੇ ਆਧਾਰ ਤੇ ਕਿ ਕਿੱਦਾਂ ਦੀ ਜਿਹੜੀ ਹੈਗੀ ਹੈ ਪਰਸੋਨਲ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਹੈਗੀ ਹੈ ਪ੍ਰਕਿਰਤੀ ਹੈ, ਨੇਚਰ ਕਿਵੇਂ ਦੀ ਹੈ, ਤਾਂ ਕਿਹੜੀ ਜਿਹੜੀ ਹੈਗੀ ਆਪਾਂ ਨੇ ਜੌਬ ਦੇ ਲਈ ਜਿਹੜੇ ਹੈਗੇ ਬੰਦੇ ਚੁਣਨੇ ਨੇ। ਲੋਕਤੰਤਰੀ ਪ੍ਰਣਾਲੀ ਦੇ ਵਿੱਚ ਆਮ ਤੌਰ ਤੇ ਬਾਹਰੀ ਅਤੇ ਪ੍ਰਤੱਖ ਭਰਤੀ ਪ੍ਰਣਾਲੀ ਨੂੰ ਵਰਤਿਆ ਜਾਂਦਾ, ਜਿਵੇਂ ਕਿ ਕੁਲੀਨ ਤੰਤਰ ਅਤੇ ਨੌਕਰਸ਼ਾਹੀ ਪ੍ਰਣਾਲੀ ਵਿੱਚ ਅੰਦਰੂਨੀ ਭਰਤੀ ਸਭ ਤੋਂ ਚੰਗੀ ਮੰਨੀ ਜਾਂਦੀ ਹੈ। ਲੇਕਿਨ ਜਿਹੜੀ ਹੈਗੀ ਹੈ ਕਰਮਚਾਰੀ ਵਰਗ ਦੇ ਵਿੱਚ ਲੋਕਤੰਤਰੀ ਪ੍ਰਣਾਲੀ ਜਿਹੜੀ ਹੈ ਅਹਿਮ ਮੰਨੀ ਜਾਂਦੀ ਹੈ, ਕਿਉਂਕਿ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸਾਰੇ ਨਾਗਰਿਕਾਂ ਨੂੰ ਲੋਕ ਸੇਵਾਵਾਂ ਵਿੱਚ ਦਾਖਲ ਹੋਣ ਦਾ ਮੌਕਾ ਜ਼ਰੂਰ ਦਿੱਤਾ ਜਾਂਦਾ ਹੈ। ਸੋ ਇਹ ਚੀਜ਼ ਹੁੰਦੀ ਹੈ। ਹੁਣ ਅੰਦਰੂਨੀ ਭਰਤੀ ਜਾਂ ਫਿਰ ਇੰਟਰਨਲ ਜਿਹੜੀ ਆਪਣੀ ਭਰਤੀ ਹੈਗੀ ਹੈ, ਤਾਂ ਇਸਦੇ ਕੀ ਲਾਭ ਨੇ। ਫਸਟ ਆਫ ਆਲ ਤਾਂ ਇੰਟਰਨਲ ਭਰਤੀ ਦਾ ਇਹ ਲਾਭ ਹੈ ਕਿ ਅਨੁਭਵੀ ਲੋਕ ਹੀ ਉੱਚੇ ਅਹੁਦੇ ਤੇ ਨਿਯੁਕਤ ਕੀਤੇ ਜਾਂਦੇ, ਕਿਉਂਕਿ ਅੰਦਰੋਂ ਭਰਤੀ ਹੁੰਦੀ ਹੈ ਜਿਹੜੇ ਆਲਰੇਡੀ ਸਰਕਾਰੀ ਜੌਬ ਤੇ ਹੈਗੇ ਨੇ ਅਤੇ ਉਹਨਾਂ ਦੀ ਸਿਖਲਾਈ ਤੇ ਕੋਈ ਖਰਚ ਨਹੀਂ ਹੁੰਦਾ, ਬਿਕੋਜ਼ ਉਹ ਤੇ ਆਲਰੇਡੀ ਜੌਬਸ ਕਰ ਰਹੇ ਨੇ। ਸਿਰਫ ਉਹਨਾਂ ਨੂੰ ਕੀ ਹੁੰਦਾ, ਤਜਰਬਾ ਅਤੇ ਪ੍ਰਸ਼ਾਸਨ ਦੀ ਨਿਪੁੰਨਤਾ ਵੱਧਦੀ ਹੈ ਉਹਨਾਂ ਦੀ। ਕਰਮਚਾਰੀਆਂ ਨੂੰ ਤਰੱਕੀ ਪ੍ਰਾਪਤ ਕਰਨ ਦੇ ਮੌਕੇ ਮਿਲਦੇ ਰਹਿੰਦੇ ਨੇ ਤੇ ਉਹਨਾਂ 'ਚ ਲਾਲਚ ਆਉਂਦਾ ਰਹਿੰਦਾ ਹੈ ਕਿ ਅਸੀਂ ਜਿਹੜਾ ਹੈ ਸਮਾਂ ਆਉਣ 'ਤੇ ਉੱਚੇ ਅਹੁਦੇ 'ਤੇ ਪਹੁੰਚ ਸਕਦੇ ਹਾਂ, ਅਤੇ ਇਸ ਕਰਕੇ ਉਹ ਬੜੇ ਧਿਆਨ ਦੇ ਨਾਲ ਕੰਮ ਕਰਦੇ ਨੇ। ਕਰਮਚਾਰੀ ਨੂੰ ਇਹ ਵਿਸ਼ਵਾਸ ਰਹਿੰਦਾ ਕਿ ਇੱਕ ਨਾ ਇੱਕ ਦਿਨ ਉਹ ਉੱਚੇ ਅਹੁਦੇ 'ਤੇ ਪਹੁੰਚ ਜਾਏਗਾ ਤੇ ਹੇਠਲੇ ਪੱਧਰ 'ਤੇ ਵੀ ਉਹ ਥੋੜ੍ਹੇ ਵੇਤਨ 'ਤੇ ਵੀ ਚੰਗੀ ਤਰ੍ਹਾਂ ਕੰਮ ਕਰਦਾ ਰਹਿੰਦਾ। ਇਸ ਪ੍ਰਣਾਲੀ ਕਿਉਂਕਿ ਅੰਦਰੂਨੀ ਭਰਤੀ ਹੈ ਨਾ, ਤਾਂ ਆਪਾਂ ਅੰਦਰੂਨੀ ਭਰਤੀ ਦੀ ਗੱਲ ਕਰਦੇ ਹਾਂ, ਤਾਂ ਇਸ ਦੇ ਨਾਲ ਕਰਮਚਾਰੀਆਂ ਨੂੰ ਤਰੱਕੀ ਦੇ ਮੌਕੇ ਮਿਲ ਜਾਂਦੇ ਨੇ, ਨੈਤਿਕ ਉਹਨਾਂ ਦਾ ਵਿਕਾਸ ਹੁੰਦਾ ਹੈ, ਮਨੋਬਲ ਉਹਨਾਂ ਦਾ ਵੱਧ ਜਾਂਦਾ, ਆਤਮ ਵਿਸ਼ਵਾਸ ਵੱਧ ਜਾਂਦਾ ਹੈ। ਇਸ ਪੱਧਤੀ ਦੇ ਅਧੀਨ ਤਜਰਬੇਕਾਰ ਵਿਅਕਤੀਆਂ ਨੂੰ ਉੱਚੇ ਅਹੁਦੇ ਤੇ ਨਿਯੁਕਤ ਕੀਤਾ ਜਾਂਦਾ ਹੈ ਅਤੇ ਇਸ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਨਿਪੁੰਨਤਾ ਅਤੇ ਪ੍ਰਵੀਨਤਾ ਵੱਧਦੀ ਹੈ, ਐਫੀਸ਼ੀਐਂਸੀ ਜਿਹੜੀ ਹੈਗੀ ਹੈ ਵੱਧ ਜਾਂਦੀ ਹੈ। ਪ੍ਰੀਖਿਆ ਦੇ ਦੁਆਰਾ ਹੁਣ ਇਹ ਵੀ ਕਿਹਾ ਜਾਂਦਾ ਕਿ ਪ੍ਰੀਖਿਆ ਜਿਹੜਾ ਟੈਸਟ ਲੈਂਦੇ ਨੇ ਤਾਂ ਇਹਨਾਂ ਅਨੁਸਾਰ ਜਿਹੜਾ ਹੈ ਕਾਰਜ ਸਮਰੱਥਾ ਦਾ ਠੀਕ ਗਿਆਨ ਨਹੀਂ ਹੁੰਦਾ, ਅਤੇ ਇਸ ਕਰਕੇ ਜਿਹੜਾ ਹੈ ਅੰਦਰੂਨੀ ਭਰਤੀ ਦੇ ਵਿੱਚ ਆਪਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਇਹ ਤਾਂ ਪਹਿਲਾਂ ਤੋਂ ਹੀ ਕੰਮ ਕਰ ਰਹੇ ਨੇ ਕਰਮਚਾਰੀ, ਅਤੇ ਇਹਨਾਂ ਨੂੰ ਤਾਂ ਸਾਰਾ ਪਤਾ ਹੈਗਾ, ਆਲਰੇਡੀ ਵਧੀਆ ਕੰਮ ਕਰਦੇ ਨੇ। ਤਾਂ ਇਸ ਤਰ੍ਹਾਂ ਜਿਹੜੀ ਹੈ ਭਰਤੀ ਦੀ ਸਮੱਸਿਆ ਆਸਾਨ ਹੋ ਜਾਂਦੀ ਹੈ ਅਤੇ ਸਿਰਫ ਅਧੀਨ ਅਹੁਦਿਆਂ ਦੇ ਲਈ ਹੀ ਨਵੇਂ ਉਮੀਦਵਾਰਾਂ ਦੀ ਪ੍ਰੀਖਿਆ ਲੈਣੀ ਹੁੰਦੀ ਹੈ, ਅਤੇ ਇਸ ਦੇ ਨਾਲ ਜਿਹੜਾ ਹੈ ਸੇਵਾ ਕਮਿਸ਼ਨ ਦਾ ਭਾਰ ਵੀ ਘੱਟ ਜਾਂਦਾ ਹੈਗਾ, ਕਿਉਂਕਿ ਆਲਰੇਡੀ ਜਿਹੜਾ ਹੈ ਉਹਨਾਂ ਨੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਹੈਗੇ ਟੈਸਟ ਲੈ ਕੇ ਉਹਨਾਂ ਦੇ ਵਿੱਚੋਂ ਹੀ ਵਿਅਕਤੀ ਰੱਖਣੇ ਹੁੰਦੇ ਆ, ਤਾਂ ਜਿਹੜੇ ਉਹਨਾਂ ਦੇ ਅਧੀਨ ਉਹਨਾਂ ਤੋਂ ਨੀਚੇ, ਕਿਉਂਕਿ ਉਹਨਾਂ ਦੇ ਤਾਂ ਜਿਹੜੀ ਹੈਗੀ ਹੈ ਸੀਟ ਖਾਲੀ ਹੋ ਜਾਏਗੀ, ਤਾਂ ਉਹਨਾਂ ਦੇ ਲਈ ਜਿਹੜੀ ਹੈਗੀ ਹੈ ਸਿਰਫ ਥੋੜ੍ਹੇ ਬਹੁਤੇ ਉਮੀਦਵਾਰ ਭਰਤੀ ਕਰਨੇ ਹੁੰਦੇ ਆ, ਅਦਰਵਾਈਜ਼ ਜ਼ਿਆਦਾ ਲੰਬਾ ਚੌੜਾ ਪ੍ਰੋਸੈਸ ਨਹੀਂ ਕਰਨਾ ਪੈਂਦਾ। ਹਾਨੀਆਂ ਕੀ ਨੇ ਕਿ ਇਸ ਪੱਧਤੀ ਦੇ ਵਿੱਚ ਬਾਹਰੀ ਯੋਗ ਵਿਅਕਤੀ ਜਿਹੜਾ ਹੈ ਪ੍ਰਵੇਸ਼ ਨਹੀਂ ਕਰ ਸਕਦੇ, ਅਤੇ ਉੱਚ ਅਹੁਦੇ ਦੀ ਤਰੱਕੀ ਦਾ ਆਧਾਰ ਸਿਰਫ ਉਹ ਲੋਕ ਹੁੰਦੇ ਜਿਹੜੇ ਆਲਰੇਡੀ ਸਰਕਾਰੀ ਜੋਬ ਕਰ ਰਹੇ ਆ, ਸੀਨੀਅਰਟੀ ਦੇ ਆਧਾਰ ਦੇ ਉੱਤੇ, ਹੈ ਨਾ। ਤਾਂ ਮਿਹਨਤ ਕਰਨ ਦੀ ਪ੍ਰੇਰਨਾ ਉਹਨਾਂ 'ਚ ਖਤਮ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਹੁੰਦਾ ਕਿ ਤਰੱਕੀ ਤਾਂ ਉਹਨਾਂ ਨੂੰ ਮਿਲ ਜਾਣੀ ਆ। ਹਾਨੀ ਇਹ ਵੀ ਹੈ ਕਿ ਇਸ ਦੇ ਅੰਦਰ ਕਰਮਚਾਰੀਆਂ ਦੀ ਰੂੜੀਵਾਦਤਾ ਹੁੰਦੀ ਹੈ ਅਤੇ ਉਹ ਨਵੀਂ ਪ੍ਰਗਤੀ ਤੋਂ ਜਾਣੂ ਹੋਣ ਦੀ ਉਹਨਾਂ ਨੂੰ ਪ੍ਰੇਰਨਾ ਨਹੀਂ ਮਿਲਦੀ, ਉਹ ਸਿਰਫ ਨਵੇਂ ਤਰੀਕੇ ਨਹੀਂ ਅਪਣਾਉਂਦੇ, ਪੁਰਾਣੇ ਤਰੀਕਿਆਂ ਦੇ ਉੱਤੇ ਹੀ ਜਿਹੜੇ ਹਨ ਲਕੀਰ ਦੇ ਫਕੀਰ ਬਣੇ ਰਹਿੰਦੇ ਆ, ਪੁਰਾਣੇ ਤਰੀਕਿਆਂ ਦੇ ਨਾਲ ਹੀ ਕੰਮ ਕਰਦੇ, ਨਵੇਂ ਨਹੀਂ। ਉਹਨਾਂ ਨੂੰ ਪਤਾ ਹੁੰਦਾ ਕਿ ਸਾਨੂੰ ਪੈਸੇ ਮਿਲ ਜਾਣੇ ਆ, ਸਾਨੂੰ ਤਰੱਕੀ ਮਿਲ ਜਾਣੀ ਆ। ਹੋਰ ਵੀ ਹਾਨੀ ਇਹ ਹੈ ਕਿ ਅਧੀਨ ਚੋਣ ਦਾ ਖੇਤਰ ਸੀਮਤ ਹੋ ਜਾਂਦਾ, ਸਿਰਫ ਉਹਨਾਂ ਕਰਮਚਾਰੀਆਂ 'ਚੋਂ ਹੀ ਭਰਤੀ ਕੀਤੀ ਜਾਂਦੀ ਜਿਹੜੇ ਪਹਿਲਾਂ ਹੀ ਹੇਠਲੇ ਅਹੁਦੇ ਤੇ ਲੱਗੇ ਹੋਏ ਨੇ, ਅਤੇ ਕਈ ਵਾਰ ਉੱਚ ਅਹੁਦਿਆਂ ਲਈ ਹੇਠਲੇ ਅਹੁਦੇ ਵਾਲੇ ਜਿਹੜੇ ਹੁੰਦੇ ਨੇ ਕੈਪੇਬਲ ਨਹੀਂ ਹੁੰਦੇ, ਯੋਗ ਨਹੀਂ ਹੁੰਦੇ। ਇਸ ਦਾ ਇਹ ਵੀ ਦੋਸ਼ ਹੁੰਦਾ ਕਿ ਅਧੀਨ ਤਰੱਕੀ ਦੇ ਸੰਬੰਧ ਵਿੱਚ ਪੱਖਪਾਤ ਵੀ ਮਿਲਦਾ ਹੈ, ਕਿਉਂਕਿ ਇਹ ਦੇਖਿਆ ਜਾਂਦਾ ਕਿ ਕਿਹੜੇ ਕਰਮਚਾਰੀ ਵਧੀਆ ਕੰਮ ਕਰਦੇ ਨੇ ਤੇ ਉਹਨਾਂ ਨਾਲ ਜਿਹੜਾ ਹੈ ਬਾਇਸਨੈਸ ਦੂਜਿਆਂ ਦੇ ਨਾਲ, ਜਿਹੜੇ ਚਮਚਾਗਿਰੀ ਕਰਦੇ ਨੇ ਉਹ ਅੱਗੇ ਨਿਕਲ ਜਾਂਦੇ ਨੇ, ਅਤੇ ਜਿਹੜੇ ਵਿਚਾਰੇ ਸ਼ਰੀਫ ਹੋ ਕੇ ਕੰਮ ਕਰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ। ਠੀਕ ਹੈ, ਸੋ ਚਮਚਾਗਿਰੀ ਜਿਹੜੀ ਹੈਗੀ ਇੱਥੇ ਚੱਲਦੀ ਰਹਿੰਦੀ ਆ, ਤਾਂ ਮਿਹਨਤੀ ਜਿਹੜੇ ਹੈਗੇ ਨੇ ਪਿੱਛੇ ਰਹਿ ਜਾਂਦੇ ਨੇ। ਨੌਜਵਾਨ ਵਿਅਕਤੀ ਸਰਕਾਰੀ ਸੇਵਾ 'ਚ ਪ੍ਰਵੇਸ਼ ਨਹੀਂ ਕਰ ਸਕਦੇ, ਬਿਕੋਜ਼ ਜਿਹੜਾ ਹੈਗਾ ਜਿਹੜੇ ਐਕਸਪੀਰੀਅੰਸਡ ਲੋਕ ਪਹਿਲਾਂ ਹੀ ਕੰਮ ਕਰ ਰਹੇ ਨੇ, ਠੀਕ ਹੈ, ਬਹੁਤ ਸਾਲਾਂ ਤੋਂ, ਤਾਂ ਉਹਨਾਂ ਨੂੰ ਤਰੱਕੀ ਮਿਲਦੀ ਹੈ, ਸੀਨੀਅਰ ਲੋਕਾਂ ਨੂੰ, ਤੇ ਜਿਹੜੇ ਨੌਜਵਾਨ ਵਿਅਕਤੀ ਹੈਗੇ ਨੇ ਉਹਨਾਂ ਨੂੰ ਭਰਤੀ ਨਹੀਂ ਕੀਤੀ ਜਾਂਦਾ। ਸੋ ਇਸ ਕਰਕੇ ਜਿਹੜਾ ਹੈਗਾ ਉਹ ਛੋਟੇ ਅਹੁਦੇ ਲਈ ਜਿਹੜੇ ਹੈ ਵੱਡੇ ਅਹੁਦੇ 'ਤੇ ਪਹੁੰਚ ਜਾਂਦੇ ਨੇ, ਕਿਉਂਕਿ ਉਹਨਾਂ ਦੀ ਉਮਰ, ਠੀਕ ਹੈ, ਰਿਟਾਇਰਮੈਂਟ ਦੀ ਆ ਜਾਂਦੀ ਹੈ। ਸੋ ਇਸ ਕਰਕੇ ਇਹ ਵੀ ਡਰਾਬੈਕ ਹੈਗਾ। ਹੁਣ ਐਡਵਾਂਟੇਜਸ ਆਫ ਰਿਕਰੂਟਮੈਂਟ ਜਿਹੜੀ ਹੈ ਆਪਾਂ ਬਾਹਰਲੀ ਭਰਤੀ ਦੀ, ਐਕਸਟਰਨਲ ਜਿਹੜੀ ਹੈਗੀ ਹੈ ਰਿਕਰੂਟਮੈਂਟ, ਇਸ ਦਾ ਜਿਹੜਾ ਹੈਗਾ ਆਪਾਂ ਲਾਭ ਪੜਾਂਗੇ। ਹੁਣ ਜਿਹੜੀ ਬਾਹਰੀ ਭਰਤੀ ਹੈ ਸਭ ਨੂੰ ਮੌਕਾ ਮਿਲਦਾ, ਅੰਦਰੂਨੀ ਭਰਤੀ 'ਚ ਸਿਰਫ ਅੰਦਰਲੇ ਕਰਮਚਾਰੀਆਂ ਨੂੰ ਮੌਕਾ ਮਿਲਦਾ, ਤਾਂ ਹੁਣ ਬਾਹਰਲੀ ਭਰਤੀ ਦੇ ਲਾਭ ਕੀ ਹੋਣਗੇ? ਨਵਾਂ ਖੂਨ, ਨੌਜਵਾਨ ਜਿਹੜੇ ਹੈਗੇ ਨੇ ਆਣਗੇ, ਨਵਾਂ ਨਿਪੁੰਨਤਾ ਆਏਗੀ। ਅਜਿਹੀ ਉਮਰ ਦੇ, ਛੋਟੀ ਉਮਰ ਦੇ ਜਿਹੜੇ ਹੈਗੇ ਨੇ, ਆਪਾਂ ਦੇਖਦੇ ਨਾ IAS IPS ਅਫਸਰ ਹੁੰਦੇ ਨੇ, ਬਿਊਰੋਕਰੇਟਸ ਹੁੰਦੇ ਨੇ, ਤਾਂ ਉਹਨਾਂ ਨੂੰ ਤੇਜ਼ੀ ਨਾਲ ਕੰਮ ਕਰਦੇ ਨੇ, ਫੁਰਤੀ ਨਾਲ, ਸ਼ਕਤੀ ਨਾਲ ਕੰਮ ਕਰਦੇ ਨੇ, ਨਵੀਂ ਪ੍ਰਕਿਰਤੀ, ਨਵੇਂ ਮੈਥਡਸ, ਨਵੇਂ ਗਿਆਨ ਦੇ ਨਾਲ ਉਹਨਾਂ ਜਿਹੜੇ ਹੈ ਕੰਮ ਕਰਦੇ ਨੇ, ਤਾਂ ਕਰਕੇ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ। ਉਹ ਆਪਣੇ ਨੌਜਵਾਨ ਗਿਆਨ ਦੇ ਵਿੱਚ ਜਿਹੜਾ ਹੈਗਾ ਵਾਧਾ ਵੀ ਕਰਦੇ ਰਹਿੰਦੇ ਨੇ, ਅਤੇ ਇਹ ਪੱਧਤੀ ਜਿਹੜੀ ਹੈਗੀ ਹੈ ਲੋਕਤੰਤਰ ਪ੍ਰਕਿਰਤੀ ਦੀ ਹੁੰਦੀ ਹੈ, ਅਤੇ ਸਾਰੇ ਯੋਗ ਵਿਅਕਤੀਆਂ ਨੂੰ ਜਿਹੜਾ ਹੈ ਸਰਕਾਰੀ ਸੇਵਾ ਵਿੱਚ ਪ੍ਰਵੇਸ਼ ਹੋਣ ਦਾ ਮੌਕਾ ਮਿਲਦਾ ਹੈ।
ਇਸ ਪੱਧਤੀ ਦੁਆਰਾ ਸਰਕਾਰੀ ਸੇਵਾ ਵਿੱਚ ਕਰਮਚਾਰੀਆਂ ਨੂੰ ਚੁਣਨ ਦਾ ਖੇਤਰ ਵਿਸਤ੍ਰਿਤ ਹੋ ਜਾਂਦਾ ਹੈ। ਬਾਹਰ ਤੋਂ ਭਰਤੀ ਹੋ ਕੇ ਸਰਕਾਰੀ ਸੇਵਾ 'ਚ ਜਿਹੜੇ ਪ੍ਰਵੇਸ਼ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਹੁੰਦੇ ਉਹ ਕਿਸੇ ਵੀ ਦੋਸ਼ ਤੋਂ ਜਿਹੜਾ ਹੈਗਾ ਨਾ ਮੁਕਤ ਹੁੰਦੇ ਨੇ। ਉਸ ਤੋਂ ਬਾਅਦ 'ਚ ਡਿਸਐਡਵਾਂਟੇਜਸ ਆਫ ਰਿਕਰੂਟਮੈਂਟ, ਐਕਸਟਰਨਲ ਜਿਹੜੀ ਹੁੰਦੀ ਹੈ ਰਿਕਰੂਟਮੈਂਟ, ਉਸਦੇ ਕਿਹੜੇ ਕਿਹੜੇ ਜਿਹੜੇ ਹੈਗੇ ਨੇ ਦੋਸ਼ ਨੇ। ਸੋ ਉਹਨਾਂ ਦੇ ਦੋਸ਼ ਹੈਗੇ ਨੇ ਕਿ ਇਸ ਪੱਧਤੀ ਦੇ ਵਿੱਚ ਮਹੱਤਵਪੂਰਨ ਦੋਸ਼ ਇਹ ਵੀ ਹੈਗਾ ਕਿ ਤਜਰਬੇਕਾਰ ਕਰਮਚਾਰੀ ਜਿਹੜੇ ਹੁੰਦੇ ਨੇ ਖੁੱਲ੍ਹੀ ਪ੍ਰੀਖਿਆ ਦੇ ਵਿੱਚ ਯੂਨੀਵਰਸਿਟੀਆਂ 'ਚੋਂ ਨਿਕਲੇ ਹੋਏ ਨੌਜਵਾਨ ਹੁੰਦੇ ਨੇ, ਤਾਂ ਇਸ ਕਰਕੇ ਇਹ ਤਜਰਬੇਕਾਰਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਇਹ ਨਵੇਂ ਉਮੀਦਵਾਰ ਹੁੰਦੇ ਨੇ, ਛੋਟੀ ਛੋਟੀ ਉਮਰ ਦੇ ਹੁੰਦੇ ਨੇ, ਐਕਸਪੀਰੀਅੰਸ ਇਹਨਾਂ ਨੂੰ ਹੁੰਦਾ ਨਹੀਂ, ਅਤੇ ਉਹਨਾਂ ਦੀ ਜਿਹੜੀ ਯਾਦ ਸ਼ਕਤੀ ਹੁੰਦੀ ਹੈਗੀ ਹੈ ਉਹ ਨੌਜਵਾਨਾਂ ਦੇ ਮੁਕਾਬਲੇ ਵੀ ਜਿਹੜੀ ਹੁੰਦੀ ਹੈ ਘੱਟ ਹੁੰਦੀ ਹੈ। ਠੀਕ ਹੈ, ਸੋ ਇਹ ਵੀ ਦੋਸ਼ ਹੁੰਦਾ ਹੈ। ਫਿਰ ਜਿਹੜਾ ਹੈਗਾ ਇਹ ਕੇਵਲ ਜੁਬਾਨੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਕਈ ਵਾਰ ਜਿਹੜਾ ਹੈ ਜ਼ੁਬਾਨ ਦੇ ਨਾਲ ਉਹਨਾਂ ਨੂੰ ਕਈ ਬੱਚੇ ਹੁੰਦੇ ਨੇ ਕਿ ਜੁਬਾਨੀ ਬਹੁਤ ਕੁਝ ਕਰ ਦਿੰਦੇ ਨੇ ਅਤੇ ਪ੍ਰੈਕਟਿਸ ਉਹਨਾਂ ਨੂੰ ਨਹੀਂ ਹੁੰਦੀ ਪ੍ਰੈਕਟੀਕਲ। ਇਸ ਤੋਂ ਬਿਨਾਂ ਪ੍ਰਸ਼ਾਸਕੀ ਅਨੁਭਵ ਦੇ ਲੋਕ ਜਿਹੜੇ ਹੈ ਸਰਕਾਰੀ ਸੇਵਾ 'ਚ ਆਉਂਦੇ ਨੇ ਅਤੇ ਉਹਨਾਂ ਨੂੰ ਪ੍ਰਸ਼ਾਸਨ ਦਾ ਕੰਮ ਚਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ। ਇਸ ਪੱਧਤੀ ਦੇ ਅਧੀਨ ਬੁੱਢੇ ਤਜਰਬੇਕਾਰ ਕਰਮਚਾਰੀਆਂ ਨੂੰ ਨੌਜਵਾਨਾਂ ਦੇ ਅਧੀਨ ਕੰਮ ਕਰਨਾ ਪੈਂਦਾ, ਜਿਸ ਕਰਕੇ ਈਰਖਾ ਅਤੇ ਜਲਨ ਹੁੰਦੀ ਹੈ, ਕਿਉਂਕਿ ਛੋਟੇ ਛੋਟੇ ਉਮੀਦਵਾਰ ਹੁੰਦੇ ਨੇ, ਜ਼ਿਆਦਾ ਵੱਡੀ ਏਜ ਦੇ ਨਹੀਂ ਹੁੰਦੇ, ਤਾਂ ਜਿਹੜੇ ਤਜਰਬੇਕਾਰ ਆਲਰੇਡੀ ਹੁੰਦੇ ਉਹਨਾਂ ਨੂੰ ਜਿਹੜਾ ਹੈ ਨੌਜਵਾਨਾਂ ਦੇ ਥੱਲੇ ਲੱਗ ਕੇ ਕੰਮ ਕਰਨਾ ਪੈਂਦਾ। ਤਾਂ ਕਰਮਚਾਰੀ ਅਨੁਭਵਹੀਨਤਾ ਦੇ ਕਰਕੇ ਜਿਹੜਾ ਹੁੰਦਾ ਹੈ ਅਧੀਨ ਕਰਮਚਾਰੀਆਂ ਦੇ ਹੱਥ ਦੀ ਕਠਪੁਤਲੀ ਬਣ ਜਾਂਦੇ ਨੇ, ਖੁਦ ਉਹ ਪੇਸ਼ੈਂਸ ਦੇ ਨਾਲ ਕੰਮ ਨਹੀਂ ਕਰਦੇ। ਮੁਕਾਬਲੇ ਦੀ ਪ੍ਰੀਖਿਆ ਹੁੰਦੀ ਹੈ, ਚੰਗੇ ਨੰਬਰ ਲੈ ਕੇ ਜਿਹੜਾ ਹੈ ਇਹ ਨਹੀਂ ਸ਼ੋ ਹੁੰਦਾ ਕਿ ਪ੍ਰੈਕਟੀਕਲ ਉਹਨਾਂ ਨੂੰ ਨੌਲੇਜ ਹੈਗੀ ਹੈ। ਵਿਭਾਗੀ ਕਰਮਚਾਰੀਆਂ ਦਾ ਹੌਸਲਾ ਖਤਮ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਇਹ ਲੱਗਦਾ ਕਿ ਤਰੱਕੀ ਦੀ ਬਜਾਏ ਉਹਨਾਂ ਨੇ ਨਵੇਂ ਲੋਕਾਂ ਨੂੰ ਭਰਤੀ ਕਰਨਾ ਹੈ ਅਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਨਵੇਂ ਉਮੀਦਵਾਰਾਂ ਦੀ ਸਹਿਣੀ ਪੈਣੀ ਹੈ। ਸੋ ਇਸ ਕਰਕੇ ਜਿਹੜੀ ਹੈ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ। ਤਾਂ ਕੁਆਲੀਫਿਕੇਸ਼ਨ ਜਿਹੜੀਆਂ ਨੇ ਇੰਪਲੋਇਜ਼ ਦੀ ਕਿਹੜੀ ਕਿਹੜੀ ਹੋਣੀ ਚਾਹੀਦੀ ਹੈ, ਲਿੰਗ ਦੇ ਆਧਾਰ 'ਤੇ, ਨਾਗਰਿਕਤਾ ਦੇ ਆਧਾਰ 'ਤੇ, ਉਮਰ ਦੇ ਆਧਾਰ 'ਤੇ, ਰਹਿਣ ਦੀ ਥਾਂ ਦੇ ਆਧਾਰ 'ਤੇ ਉੱਤੇ ਜਿਹੜੀ ਹੈਗੀ ਹੈ ਯੋਗਤਾਵਾਂ ਹੁੰਦੀਆਂ ਨੇ। ਫੋਰ ਐਗਜ਼ਾਮਪਲ ਨਾਗਰਿਕਤਾ, ਕੁਝ ਦੇਸ਼ਾਂ ਦੇ ਵਿੱਚ ਕੀ ਹੁੰਦਾ ਹੈ ਕੇਵਲ ਨਾਗਰਿਕਾਂ ਨੂੰ ਹੀ ਸਰਕਾਰੀ ਸੇਵਾਵਾਂ ਦੇ ਵਿੱਚ ਭਰਤੀ ਕੀਤਾ ਜਾਂਦਾ, ਵਿਦੇਸ਼ੀਆਂ ਨੂੰ ਨਹੀਂ। ਵਿਦੇਸ਼ੀਆਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਨਿਯੁਕਤ ਕੀਤਾ ਜਾਂਦਾ। ਹੁਣ ਕਈ ਵਾਰ ਕੀ ਹੁੰਦਾ ਹੈ ਲਿੰਗ ਦੇ ਆਧਾਰ 'ਤੇ ਕੇਵਲ ਪੁਰਸ਼ਾਂ ਨੂੰ ਹੀ ਪਹਿਲਾਂ ਲਿਆ ਜਾਂਦਾ ਸੀ ਸਿਵਲ ਸਰਵਿਸਿਜ਼ ਦੇ ਵਿੱਚ, ਪਰ ਜਿਹੜਾ ਹੈ ਔਰਤਾਂ ਨੂੰ ਨਹੀਂ ਸੀ ਲਿਆ ਜਾਂਦਾ। ਪਰ ਹੁਣ ਜਿਹੜਾ ਹੈ ਤਕਰੀਬਨ ਸਾਰੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਔਰਤਾਂ ਅਤੇ ਪੁਰਸ਼ਾਂ ਨੂੰ ਬਰਾਬਰ ਜਿਹੜਾ ਹੈ ਸਰਕਾਰੀ ਸੇਵਾ 'ਚ ਆ ਸਕਦੇ ਨੇ ਅਤੇ ਬਰਾਬਰੀ ਦਾ ਅਧਿਕਾਰ, ਬਰਾਬਰ ਪੇਮੈਂਟ ਜਿਹੜੀ ਹੈਗੀ ਹੈ ਦਿੱਤੀ ਜਾਂਦੀ ਹੈ। ਪਰ ਫਿਰ ਵੀ ਬਹੁਤ ਸਾਰੇ ਸੈਨਿਕ ਸੇਵਾਵਾਂ ਦੇ ਵਿੱਚ ਔਰਤਾਂ ਨੂੰ ਘੱਟ ਲਿਆ ਜਾਂਦਾ ਹੈ। ਤਾਂ ਇਸ ਕਰਕੇ ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਯੋਗ ਨਹੀਂ ਸਮਝਿਆ ਜਾਂਦਾ। ਹੁਣ ਜਿਵੇਂ ਫੋਰ ਐਗਜ਼ਾਮਪਲ ਹਵਾਈ ਸੇਵਾਵਾਂ ਦੇ ਵਿੱਚ ਜਿਹੜਾ ਹੈ ਜਿਹੜੀਆਂ ਔਰਤਾਂ ਨੂੰ ਪਹਿਲਾਂ ਨਹੀਂ ਸੀ ਲਿਆ ਜਾਂਦਾ, ਹੁਣ ਜਿਹੜਾ ਹੈਗਾ ਲਿਆ ਜਾਂਦਾ। ਸਿਹਤ ਸੰਬੰਧੀ ਸੇਵਾਵਾਂ ਦੇ ਵਿੱਚ ਵੀ ਔਰਤਾਂ ਜ਼ਿਆਦਾ ਉਪਯੋਗੀ ਸਾਬਿਤ ਹੋਈਆਂ ਨੇ। ਏਜ ਵੀ ਇੱਕ ਮਹੱਤਵਪੂਰਨ ਯੋਗਤਾ ਹੈ। 20 ਤੋਂ 28 ਸਾਲ ਤੱਕ ਜਿਹੜੀ ਹੈ ਭਾਰਤ ਦੇ ਵਿੱਚ ਸਰਕਾਰੀ ਅਹੁਦਿਆਂ ਲਈ ਉਮਰ ਨਿਸ਼ਚਿਤ ਕੀਤੀ ਗਈ ਹੈ, ਪਰ ਕਾਫੀ ਸਾਰੀਆਂ ਕੈਟਾਗਰੀਜ਼ ਦੇ ਵਿੱਚ ਜਿਹੜੀ ਹੈ 35-33 ਸਾਲ ਤੱਕ ਵੀ ਜਿਹੜੀ ਹੈਗੀ ਆ ਉਮਰ ਨਿਯੁਕਤ ਕੀਤੀ ਗਈ ਹੈ। ਇੰਗਲੈਂਡ ਦੇ ਵਿੱਚ ਸਰਕਾਰੀ ਸੇਵਾ ਵਿੱਚ ਭਾਰਤ ਵਿੱਚ ਭਰਤੀ ਹੋਣ ਲਈ 20 ਤੋਂ 24 ਸਾਲ ਤੱਕ ਦੇ ਵਿਅਕਤੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਪਰ ਜਿਹੜਾ ਹੈ ਕੋਈ ਵੀ ਵਿਅਕਤੀ 45 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਤੱਕ ਸਰਕਾਰੀ ਸੇਵਾ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਤਾਂ ਭਾਰਤ ਦੇ ਵਿੱਚ 35 ਸਾਲ ਤੱਕ ਹੈ। ਠੀਕ ਹੈ, ਕਈ ਏਜ ਦੇ ਵਿੱਚ ਜਿਹੜਾ ਹੈਗਾ 42 ਵੀ ਕੀਤੀ ਗਈ ਹੈ ਭਾਰਤ ਦੇ ਵਿੱਚ। ਨਿਵਾਸ ਸਥਾਨ, ਲੋਕ ਕਰਮਚਾਰੀਆਂ ਦੇ ਸੰਬੰਧ ਦੇ ਵਿੱਚ ਨਿਵਾਸ ਸਥਾਨ ਦੀ ਸਮੱਸਿਆ ਵੀ ਬੜੀ ਵਿਸ਼ੇਸ਼ ਹੈ, ਕਿਉਂਕਿ ਇਸ ਦਾ ਮਤਲਬ ਇਹ ਹੈ ਕਿ ਪ੍ਰਸ਼ਾਸਕੀ ਅਹੁਦਿਆਂ 'ਤੇ ਨਿਯੁਕਤੀ ਕਰਦੇ ਸਮੇਂ ਸਥਾਨਕ ਯੋਗਤਾ ਨੂੰ ਲਗਾਉਣਾ। ਦੂਜੇ ਰਾਜਾਂ ਵਿੱਚ ਕਿਸੇ ਵੀ ਅਹੁਦੇ 'ਤੇ ਨਿਯੁਕਤੀ ਸਮੇਂ ਸਿਰਫ ਉਹਨਾਂ ਵਿਅਕਤੀਆਂ ਨੂੰ ਹੀ ਕਰਮਚਾਰੀਆਂ ਨੂੰ ਚੁਣਨਾ ਜਿਹੜੇ ਉਸ ਥਾਂ ਦੇ ਨਾਗਰਿਕ ਹੋਣਗੇ, ਮਤਲਬ ਨੇੜੇ ਤੇੜੇ ਦੇ ਏਰੀਆਜ਼ ਦੇ ਵਿੱਚ। ਤਾਂ ਸਥਾਨਕ ਅਤੇ ਰਾਜ ਪੱਧਰ ਦੀਆਂ ਪ੍ਰਸ਼ਾਸਕੀ ਸੇਵਾਵਾਂ ਦੀਆਂ ਨਿਯੁਕਤੀਆਂ ਨਿਵਾਸ ਸਥਾਨ ਦੇ ਆਧਾਰ 'ਤੇ ਕੀਤੀਆਂ ਜਾਂਦੀਆਂ ਨੇ। ਇਸ ਪ੍ਰਥਾ ਦੀ ਸ਼ੁਰੂਆਤ ਜਿਹੜੀ ਸੀ ਅਮਰੀਕਾ ਤੋਂ ਹੋਈ ਹੈ। ਵਿਸ਼ੇਸ਼ ਯੋਗਤਾਵਾਂ, ਇੱਕ ਤਾਂ ਉਹਦੇ ਵਿੱਚ ਵਿਅਕਤੀਗਤ ਗੁਣ ਹੋਣਾ ਚਾਹੀਦਾ ਹੈ, ਅੱਛੀ ਹੁਸ਼ਿਆਰੀ, ਇਮਾਨਦਾਰੀ, ਦੂਰਅੰਦੇਸ਼ੀ, ਚਾਲ ਚੱਲਣ ਅੱਛਾ ਹੋਣਾ ਚਾਹੀਦਾ ਹੈ, ਵਿਅਕਤੀਗਤ ਵਿਗਿਆਨਕ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ, ਵਾਤਾਵਰਣ ਦੇ ਪ੍ਰਤੀ ਸਜੀਵਤਾ ਹੋਣੀ ਚਾਹੀਦੀ ਹੈ, ਸਹਿਯੋਗ, ਟੀਮ ਵਰਕ ਹੋਣਾ ਚਾਹੀਦਾ ਹੈ, ਆਤਮ ਵਿਸ਼ਵਾਸ ਹੋਣਾ ਚਾਹੀਦਾ, ਡਿਸਿਪਲਿਨਡ ਉਹ ਬੰਦਾ ਹੋਣਾ ਚਾਹੀਦਾ। ਤਾਂ ਵਿਅਕਤੀਗਤ ਯੋਗਤਾਵਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਪ੍ਰਸ਼ਾਸਨ ਆਪ ਕੰਮ ਕਰਨਾ ਨਹੀਂ ਬਲਕਿ ਦੂਜਿਆਂ ਤੋਂ ਸਹਿਯੋਗ ਤੋਂ ਕੰਮ ਕਰਾਉਣਾ ਹੁੰਦਾ ਹੈ। ਤਾਂ ਇਸ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਉਹਨਾਂ ਦੇ ਵਿੱਚ ਤਕਨੀਕੀ ਯੋਗਤਾਵਾਂ ਹੈਗੀਆਂ, ਸਾਰਾ ਕੁਝ ਹੈਗਾ, ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਹਨਾਂ ਦੀ ਭਰਤੀ ਕੀਤੀ ਜਾਂਦੀ ਹੈ। ਸਿੱਖਿਆ ਜਿਹੜੀ ਹੁੰਦੀ ਹੈ ਇਹ ਵੀ ਬਹੁਤ ਹੀ ਜ਼ਿਆਦਾ ਬੇਸਿਕ ਫੈਕਟ ਹੈਗਾ। ਸਿੱਖਿਆ ਦਾ ਪੱਧਰ ਵੀ ਜਿਹੜਾ ਹੈਗਾ ਉਹ ਨਿਯੁਕਤ ਕੀਤਾ ਜਾਂਦਾ ਹੈ। ਭਾਰਤ ਅਤੇ ਇੰਗਲੈਂਡ ਵਿੱਚ ਲਗਭਗ ਸਾਰੇ ਤਰ੍ਹਾਂ ਦੀਆਂ ਸੇਵਾਵਾਂ ਲਈ ਸਿੱਖਿਆ ਯੋਗਤਾ ਨਿਰਧਾਰਿਤ ਕੀਤੀ ਗਈ ਹੈ। ਭਾਰਤ ਵਿੱਚ ਕਲੈਰੀਕਲ ਦੇ ਅਹੁਦੇ ਲਈ ਹੁਣ ਇਹਨਾਂ ਨੇ ਘੱਟ ਦਿੱਤੀ ਹੈ, ਕਲਰਕ ਦੇ ਅਹੁਦੇ ਲਈ BA ਹੋਣੀ ਚਾਹੀਦੀ ਹੈ ਅਤੇ ਕਾਰਜਕਾਰੀ ਅਹੁਦੇ ਲਈ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ। ਮਤਲਬ ਫਿਰ ਫੋਰ ਐਗਜ਼ਾਮਪਲ ਤੁਸੀਂ ਅਗਰ ਕਲੈਰੀਕਲ ਦੀ ਜੋਬ ਲਈ ਦੇ ਰਹੇ ਹੋ ਤਾਂ ਤੁਸੀਂ BA ਹੋਣੇ
ਚਾਹੀਦੀ, ਉਹ ਇੱਥੇ ਗਲਤ ਦਿੱਤਾ ਹੋਇਆ ਹੈ। ਅਗਰ ਤੁਸੀਂ ਕਾਰਜਕਾਰੀ ਲਈ ਦੇ ਰਹੇ ਹੋ ਤਾਂ ਤੁਸੀਂ BA ਦੇ ਨਾਲ ਜਿਹੜਾ ਹੈ ਤੁਹਾਨੂੰ ਟੈਸਟ ਕਲੀਅਰ ਕਰਨਾ ਪੈਂਦਾ ਹੈ, ਠੀਕ ਹੈ। ਅਨੁਭਵ, ਪ੍ਰਸ਼ਾਸਕੀ ਅਹੁਦਿਆਂ ਉੱਤੇ ਨਿਯੁਕਤੀ ਕਰਦੇ ਸਮੇਂ ਇਹ ਗੱਲ ਵੀ ਧਿਆਨ 'ਚ ਦਿੱਤੀ ਜਾਂਦੀ ਹੈ ਕਿ ਉਸਨੂੰ ਐਕਸਪੀਰੀਅੰਸ ਹੈ ਜਾਂ ਨਹੀਂ ਹੈ। ਪੜ੍ਹਾਈ ਤੋਂ ਬਾਅਦ 'ਚ ਉਮੀਦਵਾਰ ਨੇ ਕਿਸੇ ਅਹੁਦੇ 'ਤੇ ਕਿੰਨੇ ਸਮੇਂ ਲਈ ਕੰਮ ਕੀਤਾ ਹੈ, ਉਸਦੇ ਕੋਲ ਐਕਸਪੀਰੀਅੰਸ ਹੈ ਜਾਂ ਨਹੀਂ ਹੈ। ਤਕਨੀਕੀ ਗਿਆਨ ਉਸ ਕੋਲ ਕਿੰਨਾ ਹੈ, ਕੀ ਉਹ ਜ਼ਿੰਮੇਵਾਰੀ ਠੀਕ ਤਰ੍ਹਾਂ ਨਿਭਾ ਸਕੇਗਾ। ਤਕਨੀਕੀ ਯੋਗਤਾ ਉਹਦੇ ਕੋਲ ਹੈ, ਇੰਜੀਨੀਅਰਿੰਗ ਹੈ, ਉਸਨੂੰ ਜਿਹੜਾ ਹੈਗਾ ਕੰਪਿਊਟਰ ਦੀ ਨੌਲੇਜ ਹੈ। ਅਗਰ ਕੋਈ ਕਾਨੂੰਨ ਦੇ ਵਾਸਤੇ ਰੱਖਿਆ ਜਾ ਰਿਹਾ ਤਾਂ ਕਾਨੂੰਨੀ ਸਿੱਖਿਆ ਉਹਦੇ ਕੋਲ ਹੈ। ਅਗਰ ਡਾਕਟਰ ਰੱਖਿਆ ਜਾ ਰਿਹਾ ਤਾਂ ਡਾਕਟਰੀ ਸਿੱਖਿਆ MBBS MD ਵਗੈਰਾ ਉਹ ਹੈ। ਤਾਂ ਇੱਦਾਂ ਦੀਆਂ ਯੋਗਤਾਵਾਂ ਜਿਹੜੀਆਂ ਨੇ ਨਿਸ਼ਚਿਤ ਕੀਤੀਆਂ ਗਈਆਂ ਨੇ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਆਪਾਂ ਨਵੇਂ ਵੀਡੀਓ ਦੇ ਨਾਲ। ਸੈਕਸ਼ਨ B ਸਟਾਰਟ ਕਰਦੇ ਹਾਂ। ਥੈਂਕ ਯੂ ਸੋ ਮੱਚ।